Dear student, welcome to my YouTube channel Deep Classes of Physics. Students, कैपेसिटर ਦੇ ਰਿਲੇਟਡ ਜਿਹੜੀਆਂ ਨੇ ਅਸੀਂ 6 ਵੀਡੀਓ ਜਿਹੜੀਆਂ ਨੇ ਆਲਰੇਡੀ ਜਿਹੜੀ ਆ YouTube ਤੇ ਅਪਲੋਡ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ 7th ਪਾਰਟ ਦੇ ਵਿੱਚ ਜੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਟੌਪਿਕ ਹੈ ਪੈਰਲਲ ਪਲੇਟ ਕੈਪੈਸਿਟਰ ਵਿਦ ਡਾਈਲੈਕਟ੍ਰਿਕ ਸਲੈਬ। ਇਸ ਟੌਪਿਕ ਨੂੰ ਜਿਹੜਾ ਹੈ ਸਮਝਣ ਦੇ ਲਈ ਸਾਨੂੰ ਕੁਝ ਇੰਪੋਰਟੈਂਟਸ ਜਿਹੜੇ ਪੁਆਇੰਟਸ ਜਿਹੜੇ ਨੇ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਰੱਖਣੇ ਪੈਣਗੇ, ਫਿਰ ਸਾਨੂੰ ਜਿਹੜਾ ਇਹ ਵਾਲਾ ਜਿਹੜਾ ਟੌਪਿਕ ਹੈ ਕੈਪੈਸਿਟਰ ਵਿਦ ਡਾਈਲੈਕਟ੍ਰਿਕ ਸਲੈਬ ਉਹ ਅੱਛੇ ਤਰੀਕੇ ਨਾਲ ਜਿਹੜਾ ਉਹ ਕਲੀਅਰ ਹੋ ਜਾਏਗਾ। ਆਓ ਪਹਿਲਾਂ ਸਭ ਨਾਲੋਂ ਇਹ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਆਪਣੇ ਅਸੀਂ ਮਾਈਂਡ 'ਚ ਰੱਖ ਲਈਏ। ਨਾਓ ਫਰਸਟ ਪੁਆਇੰਟ, E naught is equal to sigma over epsilon naught। ਜਿਹੜਾ ਸਾਡਾ ਕੈਪੈਸਿਟਰ ਹੁੰਦਾ ਹੈ, ਕੈਪੈਸਿਟਰ ਦੇ ਅੰਦਰ ਮੰਨ ਲਓ ਸਾਡੇ ਕੋਲ ਵੈਕਿਊਮ ਹੈ, ਕੋਈ ਅਸੀਂ ਮੀਡੀਅਮ ਇੰਟਰੋਡਿਊਸ ਨਹੀਂ ਕੀਤਾ। ਜਿਸ ਤਰ੍ਹਾਂ ਆ ਸਾਡੇ ਕੋਲ ਪੈਰਲਲ ਪਲੇਟ ਕੈਪੈਸਿਟਰ ਹੈ, ਇਹਦੇ ਅੰਦਰ ਮੰਨ ਲਓ ਸਾਡੇ ਕੋਲ ਜਸਟ ਇੱਕ ਵੈਕਿਊਮ ਹੈ। ਉਦੋਂ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਹੈ ਕੈਪੈਸਿਟਰ ਦੇ ਅੰਦਰ, ਉਹਦੀ ਜਿਹੜੀ ਵੈਲਿਊ ਹੁੰਦੀ ਹੈ ਸਿਗਮਾ ਓਵਰ ਐਪਸਾਈਲੋਨ ਨॉट। ਇਹ ਯਾਦ ਕਰ ਲਓ, ਪੈਰਲਲ ਪਲੇਟ ਕੈਪੈਸਿਟਰ ਦੇ ਅੰਦਰ ਜਿਹੜਾ ਇਲੈਕਟ੍ਰਿਕ ਫੀਲਡ ਜਿਹੜਾ ਕ੍ਰੀਏਟ ਹੁੰਦਾ ਹੈ ਉਹਦੀ ਵੈਲਿਊ ਹੁੰਦੀ ਹੈ ਸਿਗਮਾ ਓਵਰ ਐਪਸਾਈਲੋਨ ਨॉट। ਤੇ ਜਿਹੜਾ ਸਿਗਮਾ ਹੈ ਇਸ ਨੂੰ ਅਸੀਂ ਬੋਲਦੇ ਹਾਂ ਸਰਫੇਸ ਚਾਰਜ ਡੈਂਸਿਟੀ। ਤੇ ਸਰਫੇਸ ਚਾਰਜ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ ਹੈ? ਚਾਰਜ ਪਰ ਯੂਨਿਟ ਏਰੀਆ। ਇਹ ਵੀ ਆਲਰੇਡੀ ਜਿਹੜੇ ਅਸੀਂ ਡਿਸਕਸ ਕਰ ਚੁੱਕੇ ਹੋਏ ਆ, ਪਰ ਤੁਹਾਨੂੰ ਇਹ ਫਾਰਮੂਲੇ ਪਤਾ ਹੋਣੇ ਚਾਹੀਦੇ ਨੇ। ਪੈਰਲਲ ਪਲੇਟ ਕੈਪੈਸਿਟਰ ਦੇ ਅੰਦਰ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਹੈ ਯੂਨੀਫਾਰਮ ਹੁੰਦਾ ਹੈ ਤੇ ਉਹਦੀ ਜਿਹੜੀ ਵੈਲਿਊ ਹੁੰਦੀ ਹੈ ਸਿਗਮਾ ਬਾਈ ਐਪਸਾਈਲੋਨ ਨॉट ਤੇ ਸਿਗਮਾ ਦੀ ਵੈਲਿਊ ਹੁੰਦੀ ਹੈ ਚਾਰਜ ਓਵਰ ਏਰੀਆ। ਇਸ ਤੋਂ ਬਾਅਦ ਇੱਕ ਆ ਰਿਲੇਸ਼ਨ ਹੈ ਜਿਹੜਾ ਆਪਣੇ ਮਾਈਂਡ 'ਚ ਰੱਖਣਾ ਹੈ, ਪੋਟੈਂਸ਼ੀਅਲ ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ। It is the electric potential difference between the plates and this is the electric field ਜਿਹੜਾ ਅੰਦਰ ਜੋ ਪੈਦਾ ਹੋਇਆ ਉਹਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ। potential difference ਜਿਹੜਾ ਹੈ equal to electric field multiplied by the separation between the two plates। ਇਹ ਯਾਦ ਕਰ ਲਓ, ਸ਼ਾਰਟਕਟ ਰੱਖਣ ਦਾ ਯਾਦ ਹੈ ਈਦ, E ਤੇ D ਇਕੱਠਾ ਲਿਖ ਦਿਓ, ਇਹਨੂੰ ਯਾਦ ਕਰ ਲਓ ਈਦ ਤੇ ਦੂਜੇ ਪਾਸੇ ਸਾਡਾ ਪੋਟੈਂਸ਼ੀਅਲ ਆਏਗਾ। ਪੋਟੈਂਸ਼ੀਅਲ ਤੇ ਇਲੈਕਟ੍ਰਿਕ ਫੀਲਡ ਦਾ ਰਿਲੇਸ਼ਨ ਇਹ ਆਪਣੇ ਮਾਈਂਡ 'ਚ ਤੁਸੀਂ ਰੱਖਣਾ ਹੈ ਕਿ potential is equal to electric field multiplied by the separation between the two plates। Now ਇਹ ਫਾਰਮੂਲਾ ਬਣਿਆ ਕਿੱਥੋਂ? Because electric field is the negative of the potential gradient। ਅਸੀਂ ਆ ਡਿਸਟੈਂਸ ਨੂੰ ਉੱਪਰ ਲੈ ਗਏ, potential electric field ਨੂੰ ਡਿਸਟੈਂਸ ਦੇ ਨਾਲ ਮਲਟੀਪਲਾਈ ਕਰ ਦਿੱਤਾ। ਕਲੀਅਰ? Now the fourth point, ਜਦੋਂ ਵੀ ਕੈਪੈਸਿਟਰ ਦੀ ਕੈਪੈਸਿਟੀ ਨਿਕਾਲਣੀ ਹੈ ਤੇ ਆਖਿਰ ਵਿੱਚ ਸਾਨੂੰ ਇਹ ਫਾਰਮੂਲਾ ਅਪਲਾਈ ਕਰਨਾ ਹੀ ਪਏਗਾ। ਕੀ ਫਾਰਮੂਲਾ ਹੈ? ਕੈਪੈਸਿਟੀ ਆਫ ਅ ਪੈਰਲਲ ਪਲੇਟ ਕੈਪੈਸਿਟਰ ਇਜ਼ ਗਿਵਨ ਬਾਈ ਚਾਰਜ ਡਿਵਾਈਡਡ ਬਾਈ ਪੋਟੈਂਸ਼ੀਅਲ ਡਿਫਰੈਂਸ Q ਓਵਰ V। ਕਿਉਂਕਿ ਅਸੀਂ ਇਹ ਫਾਰਮੂਲਾ ਸਟਾਰਟਿੰਗ ਦੇ ਫਸਟ ਲੈਕਚਰ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਸਾਡੇ ਕੋਲ ਜਿਹੜਾ Q ਹੁੰਦਾ ਹੈ ਇਟ ਇਜ਼ ਇਕੁਅਲ ਟੂ CV। ਚਾਰਜ ਜਿਹੜਾ ਹੈ CV ਤੇ C ਜਿਹੜਾ ਹੈ ਇਕੁਅਲ ਟੂ Q ਡਿਵਾਈਡਡ ਬਾਈ ਕੀ ਆਏਗਾ ਸਾਡੇ ਕੋਲ V। ਇਹ ਪਹਿਲਾਂ ਸਾਰੇ ਜਿਹੜੇ ਪੁਆਇੰਟਸ ਜਿਹੜੇ ਆ ਬੇਟਾ ਤੁਸੀਂ ਨੋਟ ਕਰ ਲਓ, ਕਿਉਂਕਿ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਆਪਣੇ ਟੌਪਿਕ ਤੇ ਜਿਹੜਾ ਹੁਣ ਜਾ ਰਹੇ ਹਾਂ, ਇਹਨਾਂ ਨੂੰ ਨੋਟ ਕਰ ਲਓ। ਨਾਓ ਕਮ ਟੂ ਦਾ ਟੂਡੇਜ਼ ਟੌਪਿਕ। ਸਾਡੇ ਕੋਲ ਕੀ ਹੈ? ਪੈਰਲਲ ਪਲੇਟ ਕੈਪੈਸਿਟਰ। ਕਲੀਅਰ? ਦਿਸ ਇਜ਼ ਅ ਪੈਰਲਲ ਪਲੇਟ ਕੈਪੈਸਿਟਰ। A ਤੇ B ਇਹ ਦੋ ਪਲੇਟਸ ਨੇ ਕੈਪੈਸਿਟਰ ਦੀਆਂ, ਇੱਕ ਪਲੇਟ A ਇੱਕ ਦੂਜੀ ਪਲੇਟ B। These two plates are parallel to each other। You are seeing here these two plates are parallel to each other। One plate carry positive charge and the second plate carry equal negative charge। Clear? Now parallel plate capacitor with dielectric slab। ਅਸੀਂ ਕੀ ਕੀਤਾ? ਇਸ ਪੈਰਲਲ ਪਲੇਟ ਕੈਪੈਸਿਟਰ ਦੇ ਅੰਦਰ ਇੱਕ ਅਸੀਂ ਦੇਖੋ ਸਲੈਬ ਇੰਟਰੋਡਿਊਸ ਕਰ ਦਿੱਤੀ ਹੈ। ਉਹ ਸਲੈਬ ਕਿਹੜੀ ਹੈ? ਡਾਈਲੈਕਟ੍ਰਿਕ ਸਲੈਬ। ਉਹਦਾ ਨੇਮ ਅਸੀਂ ਰੱਖਿਆ ABCD। ABCD is a dielectric slab introduced between
द पैरेलल प्लेट कैपेसिटर। कुछ जगह देखो साइडां ते खाली रह गई, इनू ਅਸੀਂ बोलते हैं पार्शली फिल्ड। पूरा ਅਸੀਂ फिल नहीं किया, आ जगह ते आ जगह साडी हले खाली है, ਅਸੀਂ पार्शली जिहड़ा है फिल्ड कर दिता विद डाइलैक्ट्रिक स्लैब। ते टी की चीज है, यह जिहड़ी स्लैब है साडी ओदी थिकनेस। What is T? It is the thickness of the parallel plate capacitor. And what is D? It is the separation between the two plates. जो parallel plate दियां capacitor दी plates ने उन्हां विच जिहड़ा distance है उसनूं असीं लिखदे हां small t दे नाल। Clear? Now what will happen ਜਦੋਂ ही असीं डाइलैक्ट्रिक स्लैब जिहड़ी कैपेसिटर दे अंदर इंट्रोड्यूस करते हैं, then the polarization of the dielectric slab takes place। जिहड़ी डाइलैक्ट्रिक स्लैब है ओदी पोलराइजेशन हो जाती है। पोलराइजेशन का मीनस की है कि जिहड़ी डाइलैक्ट्रिक स्लैब है इहदी एक साइड दे उत्ते नैगेटिव चार्ज इकट्ठा हो जाता है ते दूसरी साइड दे उपर जिहड़ा है वो पॉजिटिव चार्ज जिहड़ा है वो इकट्ठा हो जाता है। चार्ज दी सैपरेशन हो जाती है। जिहड़ा भी अंदर नैट चार्ज होंदा है डाइलैक्ट्रिक स्लैब च वो जीरो, बाकी सारा चार्ज जिहड़ा है इहदे साइड्स उपर आके जिहड़ा इकट्ठा हो जाता है। एक साइड ते नैगेटिव, एक साइड दे उत्ते पॉजिटिव, क्योंकि यह टॉपिक असीं ऑलरेडी जिहड़ा है डिस्कस कर चुके हैं, पोलराइजेशन ऑफ डाइलैक्ट्रिक। नाउ जदों पोलराइजेशन हो जाती है डाइलैक्ट्रिक दी ते सानू पता है इलैक्ट्रिक फील्ड दी डायरैक्शन जिहड़ी है इट इज फ्रॉम पॉजिटिव टू नैगेटिव। इलैक्ट्रिक फील्ड किधर नूं जांदा है, ਇਹਦੀ डायरेक्शन ਹੁੰਦੀ ਹੈ पॉजिटिव चार्ज ਤੋਂ ਲੈ ਕੇ ਕਿੱਧਰ ਨੂੰ ਹੁੰਦੀ ਹੈ, ਨੈਗੇਟਿਵ ਚਾਰਜ ਵੱਲ ਹੁੰਦੀ ਹੈ। ਕਲੀਅਰ? ਨਾਓ व्हाट इज E नॉट? ਇਹ ਧਿਆਨ ਨਾਲ ਦੇਖੋ, ਇੱਥੇ E नॉट ਕੀ ਚੀਜ਼ ਹੈ? E नॉट इज द इलैक्ट्रिक फील्ड इन वैक्यूम। ਜਦੋਂ ਇਹ ਸਲੈਬ ਅਸੀਂ ਅੰਦਰ ਪਾਈ ਨਹੀਂ ਸੀ, ਅੰਦਰ ਜਸਟ ਵੈਕਿਊਮ ਸੀ, ਉਦੋਂ ਸਾਡਾ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਹੈ? E नॉट। पर जदों असी अंदर स्लैब पाई, आ देखो चार्ज सैपरेशन हो गई, चार्ज सैपरेशन करके एक इलैक्ट्रिक फील्ड होर पैदा हो गया। आ देखो लिखा EP, इसनूं बोलते हैं इलैक्ट्रिक फील्ड ड्यू टू पोलराइजेशन। ते इहदी डायरेक्शन देखो असी इधर नूं पाई, क्यों? क्योंकि पॉजिटिव तो किधर आएगा? नैगेटिव वाले पासे। ते आ इलैक्ट्रिक फील्ड असी इधर नूं क्यों पाया? क्योंकि आ प्लेट दे देखो ऊपर पॉजिटिव चार्ज, उस प्लेट दे ऊपर किहड़ा है नैगेटिव चार्ज। पहला मेन इलैक्ट्रिक फील्ड आ सी ते एक इलैक्ट्रिक फील्ड दे बिल्कुल ओपोजिट पैदा हो गया, जिसनूं बोलते हैं इलैक्ट्रिक फील्ड ड्यू टू पोलराइजेशन। ते ए दोनों फील्ड आपस विच ओपोजिट होने करके डाइलैक्ट्रिक स्लैब दे अंदर साडे कोल एक नवा इलैक्ट्रिक फील्ड क्रिएट हो गया, जिसनूं असीं बोलते हैं रिड्यूस्ड वैल्यू ऑफ इलैक्ट्रिक फील्ड। इनू याद करो, इट इज कॉल्ड रिड्यूस्ड वैल्यू ऑफ इलैक्ट्रिक फील्ड। हाँ जी, क्लियर है? यह इलैक्ट्रिक फील्ड किथे हुंदा है? यह डाइलैक्ट्रिक स्लैब दे अंदर हुंदा है। ਇਹਦਾ मतलब एक E नॉट ਇਹ ਵੈਕਿਊਮ ਚ, एक इलैक्ट्रिक फील्ड E ਉਹ ਤੁਹਾਡਾ ਆਏਗਾ डाइलैक्ट्रिक स्लैब ਦੇ ਵਿੱਚ। ਇਹਨੂੰ ਕੀ ਬੋਲਦੇ ਆ? ਰਿਡਿਊਸਡ ਵੈਲਿਊ ਆਫ ਇਲੈਕਟ੍ਰਿਕ ਫੀਲਡ। ਨਾਓ how to prove the article, how to find the capacity of a parallel plate capacitor। नाना तुसी नोट भी कर सकते हो। आ देखो, let what is capital A, area of each plate, area of each parallel plates। दो प्लेट्स ने, उन्हां दोनों का असीं जिहड़ा एरिया मान लिया वो हैगा साडे कोल कैपिटल ए। एंड व्हाट इज स्मॉल डी? इट इज द की लिखांगे असीं डिस्टेंस या सैपरेशन बिटवीन टू प्लेट्स। डिस्टेंस बिटवीन टू पैरेलल प्लेट्स दे विच जिहड़ा डिस्टेंस है। हाँ जी, व्हाट इज टी? इट इज द थिकनेस। हाँ जी, कादी थिकनेस है? ऑफ डाइलैक्ट्रिक स्लैब। जिहड़ी असीं अंदर इंट्रोड्यूस कीती है ओदी थिकनेस जिहड़ी है डाइलैक्ट्रिक स्लैब। आगे लिखांगे व्हेन
no dielectric slab is introduced, मान लो कि साडे कोल डाइलैक्ट्रिक जिहड़ी स्लैब है असी अंदर इंट्रोड्यूस नहीं की, when no dielectric slab is introduced between the plates, जदों अंदर डाइलैक्ट्रिक स्लैब इंट्रोड्यूस नहीं की, then उस टाइम ते कैपेसिटी जिहड़ी है डाइलैक्ट्रिक स्लैब अपना पैरेलल प्लेट कैपेसिटर दी जिहड़ी कैपेसिटी है असी ऑलरेडी प्रूव किया है कि पैरेलल प्लेट कैपेसिटर ਉਹਦੇ ਵਿੱਚ कोई भी मीडियम नहीं है, जस्ट वैक्यूम है हाले, उदों कैपेसिटी कितनी होंदी है साडे कोल होंदी है एप्सिलॉन नॉट A डिवाइडेड बाय D। दिस इज द फॉर्मूला कैपेसिटी व्हेन वैक्यूम इज बिटवीन, आ प्लेट नहीं हैगी अंदर वैक्यूम हुंदा है उदों साडी कैपेसिटी आया। ए असी जिहड़ा अपना पहले लैक्चर या सैकंड लैक्चर विच यह कैपेसिटी जिहड़ी है असी ड्राइव कीती हुई है, तुसी उत्थों देख सकते हो। व्हाट इज एप्सिलॉन नॉट, परमिटिविटी ऑफ द वैक्यूम, एरिया ते डी की है सेपरेशन। जिन्नी सेपरेशन इंक्रीज करोगे कैपेसिटी घटती जाएगी, क्योंकि यूनिवर्सली जे एरिया ज्यादा कर दोगे कैपेसिटी जिहड़ी है चार्ज स्टोरिंग दी जिहड़ी है पैरेलल प्लेट दी वो इंक्रीज होंदी जाएगी। यह फॉर्मूला असी ऑलरेडी प्रूव किया है। सब नाल पहला असी की लिखिया एरिया थिकनेस ते अपना डिस्टेंस, जदों डाइलैक्ट्रिक स्लैब नहीं सी उदों कैपेसिटी साडी इन्नी है, इस तक तुसी नोट कर लो। नाउ हुण की करांगे असी अंदर जिहड़ा है डाइलैक्ट्रिक स्लैब इंट्रोड्यूस कर लगे। व्हेन वी इंट्रोड्यूस द dielectric slab, when we introduce the dielectric slab between the parallel plate, between the parallel plate capacitor, then between the parallel plate capacitor, then reduce value, then the reduced value of electric field is E। अंदर जिहड़ी है reduced value of electric field कितनी होंदी है साडी, reduced value of electric field in slab is equal to E। यह साडी reduced value आ जाती है। हाँ जी क्लियर, इथों तक तुहानू सारा आई थिंक तुहानू सारा समझ आ गया कि पहला कैपेसिटी कितनी, हुण अंदर असी डाइलैक्ट्रिक स्लैब पिक्चर जिहड़ी है वो आपां पुट कर देती है। नाउ वी नो दैट, हाँ जी सानू की पता है पोटेंशियल जिहड़ा हुंदा है किहदे इक्वल हुंदा है, इलैक्ट्रिक फील्ड मल्टीप्लाई बाय साडे कोल की आंदा है, हाँ जी डिस्टेंस, यानी कि जिहड़ा दो प्लेटां दे विच जिहड़ा सैपरेशन है चार्जिस विच जिहड़ा सैपरेशन है ਉਹਦੇ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ। ਨਾਓ V ਇਕੁਅਲ ਟੂ, ਧਿਆਨ ਦੇਣਾ ਇੱਥੇ ਥੋੜੀ ਜਿਹੀ ਇੰਪੋਰਟੈਂਟ ਗੱਲ ਹੈ, ਇਹ ਸਮਝਣ ਵਾਲੀ ਗੱਲ ਹੈ। ਇਲੈਕਟ੍ਰਿਕ ਫੀਲਡ ਜੇ ਤੇ ਅਸੀਂ ਇਲੈਕਟ੍ਰਿਕ ਫੀਲਡ ਲੈਣੇ ਅਸੀਂ E नॉट ਸਾਡਾ ਇਲੈਕਟ੍ਰਿਕ ਫੀਲਡ ਹੈ। ਇਹ ਕਿਹੜਾ ਇਲੈਕਟ੍ਰਿਕ ਫੀਲਡ ਹੈ, ਵੈਕਿਊਮ ਵਾਲਾ, ਧਿਆਨ ਨਾਲ ਦੇਣਾ ਹੈ। ਇਹ ਸਾਡਾ ਵੈਕਿਊਮ ਵਾਲਾ ਇਲੈਕਟ੍ਰਿਕ ਫੀਲਡ ਹੈ। ਧਿਆਨ ਨਾਲ ਦੇਖੋ, ਆ ਥਿਕਨੈਸ ਜਿਹੜੀ T ਹੈ ਇਹਦੇ ਵਿੱਚ ਤੇ ਰਿਡਿਊਸ ਵੈਲਿਊ ਆਣੀ ਹੈ। ਆ ਸਲੈਬ ਵਾਲਾ ਹਿੱਸਾ ਹੋ ਗਿਆ, ਇਹਦੇ ਵਿੱਚ ਰਿਡਿਊਸ ਵੈਲਿਊ, ਇਹਦਾ ਮਤਲਬ E ਨॉट ਫੀਲਡ ਕਿੰਨੇ ਡਿਸਟੈਂਸ ਤੱਕ ਹੋਏਗਾ, ਟੋਟਲ ਵਿੱਚੋਂ ਜਦੋਂ ਅਸੀਂ T ਮਾਈਨਸ ਕਰ ਦਾਂਗੇ, D ਵਿੱਚੋਂ T ਨੂੰ ਮਾਈਨਸ ਕਰ ਦੋਗੇ ਤੇ ਸਾਡੇ ਕੋਲ ਜਿਹੜੀ ਹੈ E ਨॉट ਦਾ ਜਿਹੜਾ ਡਿਸਟੈਂਸ ਪਤਾ ਲੱਗ ਜਾਏਗਾ ਕਿ ਆਹ ਡਿਸਟੈਂਸ ਹੈ। ਇੱਥੇ ਵੀ E ਨॉट ਹੈ, ਇੱਥੇ ਵੀ E ਨॉट ਹੈ, ਕਿਉਂਕਿ ਇਹ ਸਾਡਾ ਵੈਕਿਊਮ ਹੈ, ਇੰਨੇ ਹਿੱਸੇ 'ਚ ਵੈਕਿਊਮ। ਇਹ ਕਿੰਨਾ ਹੋ ਗਿਆ, ਟੋਟਲ ਵਿੱਚੋਂ T ਅਸੀਂ ਮਾਈਨਸ ਕਰ ਦਾਂਗੇ। ਹਾਂਜੀ ਇਲੈਕਟ੍ਰਿਕ ਫੀਲਡ ਕਿਹੜਾ ਲੈਣ ਲੱਗੇ ਆ, E नॉट ਮਲਟੀਪਲਾਈ, ਹਾਂਜੀ ਕਿੰਨੇ ਡਿਸਟੈਂਸ ਤੱਕ ਹੈਗਾ, D ਮਾਈਨਸ T, ਇਹ ਸਾਡੇ ਕੋਲ ਆ ਜਾਏਗਾ D ਮਾਈਨਸ T। ਹਾਂਜੀ ਕਲੀਅਰ। पोटेंशियल ਦਾ ਫਾਰਮੂਲਾ ਇਲੈਕਟ੍ਰਿਕ ਫੀਲਡ ਨੂੰ ਡਿਸਟੈਂਸ ਨਾਲ ਮਲਟੀਪਲਾਈ ਕਰਨਾ ਹੈ
ਤੇ ਇਲੈਕਟ੍ਰਿਕ ਫੀਲਡ ਕਿਹੜਾ ਲੈਣ ਲੱਗਾ ਹਲੇ ਮੈਂ E0 ਤੇ ਇਹ ਕਿੰਨੇ ਡਿਸਟੈਂਸ ਤੱਕ ਹੈ ਟੋਟਲ ਚੋਂ t ਨੂੰ ਅਸੀਂ ਮਾਈਨਸ ਕਰਤਾ ਅੱਗੇ ਆ ਗਿਆ ਪਲੱਸ ਠੀਕ ਹੈ ਇਸ ਤੋਂ ਬਾਅਦ ਸਾਡੇ ਕੋਲ ਹੋਣ ਵਾਲੀ ਹੈ ਰਿਡਿਊਸ ਵੈਲਿਊ ਦੀ ਤੇ ਰਿਡਿਊਸ ਵੈਲਿਊ ਜਿਹੜੀ ਹੈ ਉਹਦਾ ਜਿਹੜਾ ਡਿਸਟੈਂਸ ਕਿੰਨੇ ਤੱਕ ਲੱਗਾ ਹੈ ਰਿਡਿਊਸ ਵੈਲਿਊ ਇਜ਼ ਅਪ ਟੂ ਡਿਸਟੈਂਸ ਕਿੰਨਾ ਹੈ ਉਹਦਾ ਅਪ ਟੂ t ਨਾਓ v is equal to E0 ਇਹ ਫਾਰਮੂਲਾ ਕਿਹੜਾ ਵਰਤਿਆ ਇਹ ਮੈਂ ਪਹਿਲਾਂ ਹੀ ਕਿਹਾ ਸੀ ਇਹ ਫਾਰਮੂਲਾ ਯਾਦ ਕਰ ਲਓ E ਦੁਆਰਾ ਪੋਟੈਂਸ਼ੀਅਲ ਨਿਕਾਲਣਾ ਹੈ ਤੇ ਇਲੈਕਟ੍ਰਿਕ ਫੀਲਡ ਨੂੰ ਡਿਸਟੈਂਸ ਨਾਲ ਮਲਟੀਪਲਾਈ ਕਰ ਦੇਣਾ ਹੈ ਦਿਸ ਇਜ਼ ਪੋਟੈਂਸ਼ੀਅਲ ਇੱਥੇ ਕਈ ਵਾਰੀ ਸਟੂਡੈਂਟਸ ਜਿਹੜੇ ਨੇ ਗਲਤੀ ਕਰਦੇ ਨੇ ਉਸ ਤੋਂ ਬਾਅਦ ਇਹ ਆਰਟੀਕਲ ਜਿਹੜਾ ਅੱਗੇ ਜਾ ਕੇ ਸਾਰਾ ਗਲਤ ਹੋ ਜਾਂਦਾ ਹੈ E0 d into d minus t ਡਿਸਟੈਂਸ ਤੇ ਰਿਡਿਊਸ ਵੈਲਿਊ ਜਿਹੜੀ ਹੈ ਅਪ ਟੂ ਜਿਹੜੀ ਹੈ t ਡਿਸਟੈਂਸ ਤੇ ਮੈਂ ਜ਼ਿਆਦਾ ਇੱਥੇ ਰਿਪੀਟ ਕਰਕੇ ਕਹਿ ਰਿਹਾ ਕਿ ਇਸ ਚੀਜ਼ ਨੂੰ ਨੋਟ ਕੀਤਾ ਜਾਵੇ ਨਾਓ ਇਸ ਤੋਂ ਬਾਅਦ ਬਟ ਅਸੀਂ ਉੱਥੋਂ ਜਿਹੜਾ ਹੈ ਉਹ ਰੱਬ ਕਰਨ ਲੱਗੇ ਹਾਂ ਥੋੜਾ ਜਿਹਾ ਬਟ K ਜਿਹਨੂੰ ਅਸੀਂ ਬੋਲਦੇ ਹਾਂ ਡਾਇਲੈਕਟ੍ਰਿਕ ਕਨਸਟੈਂਟ is equal to E0 over E ਡਾਇਲੈਕਟ੍ਰਿਕ ਕਨਸਟੈਂਟ ਦਾ ਜਿਹੜਾ ਫਾਰਮੂਲਾ ਕੀ ਹੁੰਦਾ ਹੈ ਜਿਹੜਾ ਇਲੈਕਟ੍ਰਿਕ ਫੀਲਡ ਹੈ ਵੈਕਿਊਮ ਵਾਲਾ ਉਸ ਨੂੰ ਡਿਵਾਈਡ ਕਰ ਦਿੰਦੇ ਆ ਰਿਡਿਊਸ ਵੈਲਿਊ ਨਾਲ ਡਾਇਲੈਕਟ੍ਰਿਕ ਕਨਸਟੈਂਟ is the ratio of electric field between the plates in vacuum to the reduced value of electric field okay now this imply E ਨੂੰ ਅਸੀਂ ਉੱਪਰ ਲੈ ਗਏ E ਦੀ ਵੈਲਿਊ ਆ ਗਈ ਸਾਡੇ ਕੋਲ E0 over K ਇਥੋਂ ਅਸੀਂ ਰਿਡਿਊਸ ਵੈਲਿਊ ਦੀ ਜਿਹੜੀ ਹੈ ਉਹ ਇਲੈਕਟ੍ਰਿਕ ਫੀਲਡ ਦੀ ਵੈਲਿਊ ਅਸੀਂ ਫਾਈਂਡ ਕਰ ਲਈ ਤੇ ਜਿੱਥੇ ਸਾਡੇ ਕੋਲ ਆ E ਹੈ ਇੱਥੇ ਆ ਵਾਲੀ ਵੈਲਿਊ ਪੁੱਟ ਕਰਨ ਲੱਗੇ ਆ therefore V equal to ਪਹਿਲਾ ਤੇ ਆ ਗਿਆ E0 into ਆ ਗਿਆ D minus T ਅੱਗੇ ਆ ਗਿਆ plus what is the value of E now it is E0 divided by K multiply by T ਇੱਥੇ ਅਸੀਂ ਲਗਾ ਦਿੱਤੀ ਵੈਲਿਊ E0 by K ਨਾਲ ਸਾਡੇ ਕੋਲ ਆ ਗਿਆ ਹੈ T ਆ ਗਿਆ now ਦੋਨਾਂ ਵਿੱਚੋਂ ਕਾਮਨ now V equal to E0 ਅਸੀਂ ਇਹਨੂੰ ਕਾਮਨ ਕੱਢ ਲਿਆ now we get D minus T plus T divided by K ਅਸੀਂ ਇਹਦੇ ਵਿੱਚੋਂ ਜਿਹੜਾ ਹੈ E0 ਨੂੰ ਕਾਮਨ ਨਿਕਾਲ ਲਿਆ ਔਰ V equal to E0 D ਦਾ D ਇਹਨਾਂ ਦੋਨਾਂ ਚ ਦੇਖੋ ਕਿਹੜੀ ਚੀਜ਼ ਕਾਮਨ ਹੈ T is common in these two terms T ਕਾਮਨ ਹੈ ਅਸੀਂ T ਨੂੰ ਬਾਹਰ ਨਿਕਾਲਾਂਗੇ ਤੇ ਨਾਲ ਮਾਈਨਸ ਵੀ ਬਾਹਰ ਆਏਗਾ ਤੇ ਜਦੋਂ ਅਸੀਂ ਮਾਈਨਸ ਬਾਹਰ ਨਿਕਾਲ ਲਿਆ ਇੱਥੇ T ਵੀ ਕਾਮਨ ਆ ਗਿਆ ਇੱਥੇ ਰਹਿ ਗਿਆ 1 ਤੇ ਇੱਥੇ ਸਾਈਨ ਕਿਹੜਾ ਆਏਗਾ ਮਾਈਨਸ ਐਂਡ ਹੇਅਰ ਵਿਲ ਬੀ ਦਾ 1 ਬਾਈ K ਇੱਥੇ ਸਾਡੀ ਜਿਹੜੀ ਹੈ ਉਹ ਸਕੁਅਰ ਬ੍ਰੈਕਟ ਆ ਗਈ ਫਿਰ ਦੇਖੋ T ਨੂੰ ਕਾਮਨ ਕੱਢਿਆ ਜਦੋਂ T ਨੂੰ ਕਾਮਨ ਕੱਢੋਗੇ ਬਾਹਰ ਮਾਈਨਸ ਹੈ ਤੇ ਧਿਆਨ ਰੱਖਣਾ ਹੈ ਆਹ ਵਾਲਾ ਸਾਈਨ ਮਾਈਨਸ ਹੋਏਗਾ ਮਲਟੀਪਲਾਈ ਕਰਕੇ ਦੇਖ ਲਓ -T into 1 ਮਾਈਨਸ T ਨੂੰ ਇਹਦੇ ਨਾਲ ਮਲਟੀਪਲਾਈ ਕਰੋਗੇ ਮਾਈਨਸ ਮਾਈਨਸ ਆਪਣੇ ਆਪ ਤੁਹਾਡਾ ਜਿਹੜਾ ਉਹ ਪਲੱਸ ਹੋ ਜਾਏਗਾ ਕਲੀਅਰ ਨਾਓ ਵਾਟ ਇਜ਼ ਦਾ ਵੈਲਿਊ ਆਫ E0 ਮੈਂ ਸਟਾਰਟਿੰਗ ਤੇ ਹੀ ਅਸੀਂ ਦੱਸੇ ਸੀ ਬਟ ਸਟਾਰਟਿੰਗ ਤੇ ਤੁਸੀਂ ਦੇਖੋ ਨੋਟ ਕੀਤੀ ਹੋਏਗੀ E0 ਦੀ ਵੈਲਿਊ ਮੈਂ ਦੱਸੀ ਸੀ ਸਿਗਮਾ ਬਾਈ ਐਪਸਾਈਲਨ ਨੋਟ but E0 equal to sigma by epsilon naught और sigma ਦੀ ਵੈਲਿਊ ਵੀ ਅਸੀਂ ਪੁੱਟ ਕਰ ਦਈਏ sigma ਦੀ ਵੈਲਿਊ ਮੈਂ ਲਿਖਾਈ ਸੀ Q over A ਸਰਫੇਸ ਚਾਰਜ ਡੈਂਸਿਟੀ ਚਾਰਜ ਓਵਰ ਏਰੀਆ ਲਗਾਤਾ ਤੇ ਨੀਚੇ ਆ ਗਿਆ ਸਾਡੇ ਕੋਲ epsilon naught ਇੱਥੇ ਲਿਖਾਂਗੇ because ਜਿਹੜਾ sigma ਹੈ it is charge over area ਅਸੀਂ ਇਹਦੇ ਵਿੱਚ ਵੈਲਿਊ ਪੁੱਟ ਕਰਨ ਲੱਗੇ ਆ this imply V equal to now what is E0 E0 ਦੀ ਵੈਲਿਊ ਸਾਡੇ ਕੋਲ ਆ ਗਈ Q divided by A epsilon naught and in the bracket we have D minus T 1 minus 1 divided by K ਤੇ ਸਕੁਅਰ ਬ੍ਰੈਕਟ ਤੁਹਾਡੀ ਜਿਹੜੀ ਹੈ ਦੇਖੋ ਹੈ ਬੰਦ ਹੋ ਗਈ ਹਾਂਜੀ ਇੱਥੋਂ ਤੱਕ ਜਿਹੜਾ ਹੈ ਆਈ ਥਿੰਕ ਕਿ ਤੁਹਾਨੂੰ ਜਿਹੜਾ ਲੈਕਚਰ ਜਿਹੜਾ ਹੈ ਉਹ ਸਾਰਾ ਦਾ ਸਾਰਾ ਜਿਹੜਾ ਹੈ ਤੁਹਾਨੂੰ ਹੈ ਚੰਗੇ ਤਰੀਕੇ ਨਾਲ ਸਮਝ ਲੱਗੀ ਕਿਉਂਕਿ ਮੈਂ ਕਈ ਚੀਜ਼ਾਂ ਨੂੰ ਬਹੁਤ ਜ਼ਿਆਦਾ ਜ਼ੋਰ ਦੇ ਕੇ ਜਿਹੜਾ ਸਮਝਾਇਆ ਨਾਓ ਨਿਕਾਲਣਾ ਕੀ ਹੈ ਕਪੈਸਿਟੀ ਨਿਕਾਲਣੀ ਹੈ
capacity of a parallel plate capacitor with dielectric slab. Now ਜਦੋਂ ਵੀ capacity ਨਿਕਾਲਣੀ ਹੈ ਤੇ capacity ਦਾ ਫਾਰਮੂਲਾ Q over V, capacity is equal to Q over V। ਲਾਸਟ ਮੈਂ ਸਟਾਰਟਿੰਗ ਤੇ ਲਿਖਿਆ ਸੀਗਾ capacity ਨਿਕਾਲਣ ਵਾਸਤੇ Q over V, ਤੇ ਪੋਟੈਂਸ਼ੀਅਲ ਦੇਖੋ ਮੈਂ ਨਿਕਾਲ ਚੁੱਕਾ। ਜਦੋਂ ਵੀ capacity ਨਿਕਾਲਣੀ ਹੈ ਪੈਰਲਲ ਪਲੇਟ ਦੀ ਜਾਂ ਕਿਸੇ ਵੀ ਕਪੈਸਿਟਰ ਦੀ, ਪਹਿਲਾਂ ਨਿਕਾਲੀਦਾ ਉਹਦਾ ਪੋਟੈਂਸ਼ੀਅਲ, ਬਾਅਦ ਚੋਂ ਇਸ ਫਾਰਮੂਲੇ ਵਿੱਚ ਅਸੀਂ ਪੋਟੈਂਸ਼ੀਅਲ ਦੀ ਵੈਲਿਊ ਪੁੱਟ ਕਰ ਦਾਂਗੇ ਐਂਡ ਵੀ ਗੈਟ C equal to Q divided by what is V? V ਦੀ ਵੈਲਿਊ ਸਾਰੀ ਆ ਜਾਏਗੀ Q divided by A epsilon naught। Now in the bracket we have D minus T bracket 1 minus 1 over K bracket 1. This is the value. Now Q cancelled with Q and A epsilon naught will come up, ਇਹ ਉੱਪਰ ਆ ਜਾਏਗਾ ਤੇ ਸਾਡੇ ਕੋਲ ਜਿਹੜੀ ਹੈ ਆਫਟਰ ਸੋਲਵਿੰਗ ਕਪੈਸਿਟੀ ਜਿਹੜੀ ਹੈ ਉਹ ਕਿੰਨੀ ਆਏਗੀ ਸਾਡੇ ਕੋਲ, ਇਹ ਉੱਪਰ ਚੱਲ ਜਾਏਗੀ ਟਰਮ, ਇਟ ਵਿਲ ਬਿਕਮ A epsilon naught ਤੇ ਬਾਕੀ ਸਾਡੇ ਕੋਲ ਆ ਚੀਜ਼ ਆ ਜਾਏਗੀ we get D minus T in the bracket 1 minus 1 over K and bracket close. This is the capacity of a parallel plate capacitor with dielectric slab of thickness T। ਜਿਹਦੀ thickness T ਹੈ ਉਹਦੀ ਅਸੀਂ capacity ਜਿਹੜੀ ਹੈ find out ਜਿਹੜੀ ਆਪਾਂ ਕਰ ਚੁੱਕੇ ਹਾਂ। Now if T equal to D, suppose ਸਾਡੀ ਜਿਹੜੀ ਸਲੈਬ ਹੈ ਉਹਦੀ thickness ਪੂਰੇ ਜਿਹੜਾ ਆ distance ਹੈ ਇੱਥੋਂ ਤੱਕ ਹੈ, ਕਹਿਣ ਦਾ ਮਤਲਬ ਹੈ ਸਾਰੀ ਹੀ ਸਲੈਬ ਹੈ, ਇੱਥੋਂ ਤੱਕ ਅਸੀਂ ਅੰਦਰ ਸਲੈਬ ਬੰਦ ਕਰ ਦਿੱਤੀ, ਇਹ ਸਾਰੀ ਸਲੈਬ ਪੁੱਟ ਕਰ ਦਿੱਤੀ। ਇਹਦਾ ਮਤਲਬ ਜਿੰਨਾ T ਹੈ ਓਨਾ ਹੀ ਸਾਡੇ ਕੋਲ ਕੀ ਹੈਗਾ, ਸਾਡੇ ਕੋਲ distance। if T equal to D then C equal to A epsilon naught divided by D minus T ਦੀ ਜਗ੍ਹਾ ਤੇ ਵੀ ਅਸੀਂ ਪੁੱਟ ਕਰ ਦਾਂਗੇ D 1 minus 1 over K। now open A epsilon naught divided by D minus multiply कर दो D into 1 D minus into minus plus D into 1 and we get D by K। ਅਸੀਂ ਮਲਟੀਪਲਾਈ ਕਰਕੇ ਬ੍ਰੈਕਟ ਖੋਲਤੀ। now minus D plus D ਸਾਡਾ ਜਿਹੜਾ ਹੈ ਉਹ ਕੈਨਸਲ ਹੋ ਗਿਆ ਐਂਡ ਕਪੈਸਿਟੀ ਜਿਹੜੀ ਹੈ ਸਾਡੇ ਕੋਲ ਕੀ ਆਏਗੀ A epsilon naught divided by D over K। ਇਹ ਸਾਡੇ ਕੋਲ ਆ ਗਈ D over K ऊपर चला जाएगा, C is equal to K epsilon naught A divided by D। now what is epsilon naught A over D? अपनी पहली इक्वेशन देखो ਜਿਹੜੀ ਅਸੀਂ ਪਹਿਲੀ ਸਟਾਰਟਿੰਗ ਤੇ ਅਸੀਂ ਲਿਖੀ ਸੀ ਕਿ ਜਦੋਂ ਪੈਰਲਲ ਪਲੇਟ ਕਪੈਸਿਟਰ ਦੇ ਵਿੱਚ ਕੁਝ ਵੀ ਇੰਟਰੋਡਿਊਸ ਨਹੀਂ ਕੀਤਾ ਸੀ, ਬਿਲਕੁਲ ਅੰਦਰ ਵੈਕਿਊਮ ਸੀ, ਉਹਦੀ ਕਪੈਸਿਟੀ ਹੈ from equation 1 we get ਸਾਨੂੰ ਕੀ ਪਤਾ ਲੱਗੇਗਾ C equal to K and it is equal to C naught। we get C is equal to K C naught। this is the capacity of a parallel plate capacitor with dielectric slab। it is equal to K times the capacity when the vacuum is in between the plates of a capacitor। ਜਦੋਂ ਅੰਦਰ ਵੈਕਿਊਮ ਸੀ ਉਹਦੀ ਕਪੈਸਿਟੀ ਨੂੰ ਡਾਇਲੈਕਟ੍ਰਿਕ ਕਾਂਸਟੈਂਟ ਨਾਲ ਮਲਟੀਪਲਾਈ ਕਰੀਏ ਤਾਂ ਮੀਡੀਅਮ ਵਾਲੀ ਕਪੈਸਿਟੀ ਆਉਂਦੀ ਹੈ। ਇੱਥੇ ਪੈਰ ਤੁਸੀਂ ਚਾਹੋ ਤੇ M ਵੀ ਪਾ ਸਕਦੇ ਹੋ ਕਿ ਅੰਦਰ ਡਾਇਲੈਕਟ੍ਰਿਕ ਸਲੈਬ ਵਾਸਤੇ ਅਸੀਂ ਮੀਡੀਅਮ ਵੀ ਪਾ ਸਕਦੇ ਹਾਂ, ਕਪੈਸਿਟੀ ਵਿਦ ਮੀਡੀਅਮ। ਇਹ ਕਪੈਸਿਟੀ ਵਿਦ 에ਅਰ ਹੈ, ਕਿਹਦੀ ਕਪੈਸਿਟੀ ਜ਼ਿਆਦਾ ਹੋਈ, ਮੀਡੀਅਮ ਵਾਲੀ ਕਪੈਸਿਟੀ ਜਿਹੜੀ ਹੈ ਇੰਕਰੀਜ਼ ਹੋ ਜਾਂਦੀ ਹੈ, ਕਿੰਨੇ ਟਾਈਮਸ ਵੱਧ ਜਾਂਦੀ ਹੈ, K ਟਾਈਮਸ। ਜਦੋਂ ਅਸੀਂ ਪੂਰੀ ਜਿੰਨਾ ਡਿਸਟੈਂਸ ਹੈ ਉਹਦੇ ਬਰਾਬਰ ਦੀ ਅੰਦਰ ਜਿਹੜੀ ਹੈ ਅੰਦਰ ਸਲੈਬ ਨੂੰ ਅਸੀਂ ਇੰਟਰੋਡਿਊਸ ਜਿਹੜਾ ਆਪਾਂ ਅੰਦਰ ਕਰ ਦਿੰਦੇ ਹਾਂ। ਵੈਸੇ ਜਿਹੜਾ ਹੈ
ਜਿਹੜਾ ਫਾਰਮੂਲਾ ਸਾਡੇ ਕੋਲ ਆਇਆ ਸੀ ਕਪੈਸਿਟੀ ਵਾਲਾ ਇੱਥੋਂ ਤੱਕ A epsilon naught divided by D minus D 1 minus ਸਾਡੇ ਕੋਲ ਸੀਗਾ T ਇੱਥੇ ਸੌਰੀ ਸੀਗਾ T ਤੇ 1 minus 1 by K। ਇੱਥੋਂ ਤੱਕ ਜਿਹੜਾ ਹੈ ਮੇਨ ਕਪੈਸਿਟੀ ਦਾ ਫਾਰਮੂਲਾ ਸੀਗਾ ਡਾਇਲੈਕਟ੍ਰਿਕ ਸਲੈਬ ਵਾਲਾ। ਉਸ ਤੋਂ ਬਾਅਦ ਅਸੀਂ ਕੇਸ ਕਰ ਲਿਆ ਕਿ ਜੇਕਰ T ਨੂੰ ਅਸੀਂ D ਦੇ ਇਕੁਅਲ ਕਰ ਦਈਏ, ਪੂਰੀ ਸੈਪਰੇਸ਼ਨ ਭਰ ਦਈਏ, ਪੂਰੀ ਅੰਦਰ ਡਾਇਲੈਕਟ੍ਰਿਕ ਸਲੈਬ ਪਾ ਦਈਏ, ਜਗ੍ਹਾ ਨਾ ਛੱਡੀਏ, ਉਦੋਂ ਫਿਰ ਸਾਨੂੰ ਪਤਾ ਲੱਗਦਾ ਕਿ ਕਪੈਸਿਟੀ ਜਿਹੜੀ ਹੈ ਉਹ K ਟਾਈਮਸ ਹੋ ਜਾਂਦੀ ਹੈ। ਹਾਂਜੀ, ਹਾਊ ਟੂ ਇਨਕਰੀਜ਼ ਦਾ ਕਪੈਸਿਟੀ ਆਫ ਅ ਪੈਰਲਲ ਪਲੇਟ ਕਪੈਸਿਟਰ। ਪੈਰਲਲ ਪਲੇਟ ਕਪੈਸਿਟਰ ਦੀ ਕਪੈਸਿਟੀ ਵਧਾਣੀ ਹੈ ਤੇ ਕਿਹੜੇ ਮੈਥਡ ਨੇ? ਨੰਬਰ 1 ਏਰੀਆ ਵਧਾ ਲਓ, ਏਰੀਆ ਵਧਾ ਲਓ। ਜੇ ਏਰੀਆ ਵਧੇਗਾ ਕਪੈਸਿਟੀ ਜਿਹੜੀ ਹੈ ਉਹ ਵੱਧ ਜਾਏਗੀ। ਡਿਸਟੈਂਸ ਨੂੰ ਡਿਕਰੀਜ਼ ਕਰ ਲਓ। ਮੈਂ ਪਹਿਲਾਂ ਦੱਸਿਆ ਜਿਹੜੀਆਂ ਪਲੇਟਸ ਘਟਾ ਦੋਗੇ ਡਿਸਟੈਂਸ ਘਟੇਗਾ ਤੇ ਕਪੈਸਿਟੀ ਜਿਹੜੀ ਹੈ ਉਹ ਵੱਧ ਸਕਦੀ ਹੈ। ਜਾਂ ਤੁਸੀਂ ਕੀ ਕਰੋ, ਅੰਦਰ ਕੋਈ ਡਾਇਲੈਕਟ੍ਰਿਕ ਜਿਹੜਾ ਹੈ ਮੀਡੀਅਮ ਜਿਹੜਾ ਹੈ ਕੋਈ ਅੰਦਰ ਇੰਟਰੋਡਿਊਸ ਕਰ ਦੋ, ਉਹਦੇ ਨਾਲ ਵੀ ਜਿਹੜੀ ਹੈ ਸਾਡੀ ਕਪੈਸਿਟੀ ਪੈਰਲਲ ਪਲੇਟ ਕਪੈਸਿਟਰ ਦੀ ਜਿਹੜੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਆਈ ਥਿੰਕ ਤੁਹਾਨੂੰ ਜਿਹੜਾ ਇਹ ਟੌਪਿਕ ਜਿਹੜਾ ਹੈ ਕਲੀਅਰ ਹੋ ਗਿਆ। ਪਹਿਲੇ ਜਿਹੜੇ 6 ਪਾਰਟਸ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਦੇਖੋ, ਉਸ ਤੋਂ ਬਾਅਦ ਜਿਹੜਾ ਇਹ ਪਾਰਟਸ ਜਿਹੜਾ ਹੈ ਤੁਹਾਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਸਮਝ ਆ ਜਾਏਗਾ। ਜੇ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਕਲੀਅਰ ਹੁੰਦੀ ਹੈ, ਚੰਗੀ ਲੱਗਦੀ ਹੈ ਤੇ ਮੇਰਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰਿਓ, ਅੱਗੇ ਵੀ ਸ਼ੇਅਰ ਕਰਨਾ ਹੈ ਤੇ ਵੀਡੀਓ ਨੂੰ ਜਿਹੜਾ ਹੈ ਬੇਟਾ ਲਾਈਕ ਜ਼ਰੂਰ ਕਰਿਆ ਕਰੋ। ਥੈਂਕ ਯੂ।